ਸਵਾਗਤ ਹੈ ਜੀ ਤੁਹਾਡਾ ਪੰਜਾਬ ਨੌਲੇਜ ਪੁਆਇੰਟ 'ਤੇ। ਅੱਜ ਅਸੀਂ ਪੰਜਾਬ ਪੁਲਿਸ ਦੇ ਨਾਲ ਰਿਲੇਟਡ ਜੋ TSS ਅਧੀਨ ਪੋਸਟਾਂ ਨਿਕਲੀਆਂ ਹੋਈਆਂ ਹਨ ਤੇ ਜਿਨ੍ਹਾਂ ਦਾ ਟੈਸਟ ਨਜ਼ਦੀਕ ਆ ਰਿਹਾ ਹੈ, ਉਹਨਾਂ ਦੇ ਇੱਕ ਟੌਪਿਕ ਹੈ ਜਿਸ ਦਾ ਨਾਮ ਹੈ ਵਿਕਟਿਮ ਸਪੋਰਟ। ਅੱਜ ਉਹਦੀ ਆਪਾਂ ਥੋੜ੍ਹੀ ਤਿਆਰੀ ਕਰਾਂਗੇ। ਇਹਨਾਂ ਦੇ ਨਾਲ ਰਿਲੇਟਡ ਆਪਾਂ MCQ ਕਰਾਂਗੇ। ਕੱਲ੍ਹ ਆਪਾਂ ਜੋ ਕੁਐਸਚਨ ਕਰੇ ਸੀ ਉਹ ਕਮਿਊਨਿਟੀ ਸਪੋਰਟ ਦੇ ਨਾਲ ਰਿਲੇਟਡ ਸਨ। ਅੱਜ ਆਪਾਂ ਵਿਕਟਿਮ ਸਪੋਰਟ ਦੇ ਜਿਹੜੇ ਹੈਗੇ ਨੇ ਉਹ ਕੁਐਸਚਨ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਆਓ ਸ਼ੁਰੂ ਕਰਦੇ ਹਾਂ ਪਹਿਲੇ ਕੁਐਸਚਨ ਦੇ ਨਾਲ। ਸਾਡਾ ਪਹਿਲਾ ਕੁਐਸਚਨ ਹੈ ਜੀ, ਐਡਵਰਡ ਲਿੰਡਮੈਨ ਐਂਡ ਸੋਸ਼ਲ ਵਰਕ ਫਿਲਾਸਫੀ ਕਿਸ ਦੁਆਰਾ ਲਿਖੀ ਗਈ ਸੀ? ਇੱਕ ਕਿਤਾਬ ਦਾ ਨਾਮ ਹੈ ਦ ਬੁੱਕ ਐਡਵਰਡ ਲਿੰਡਮੈਨ ਐਂਡ ਸੋਸ਼ਲ ਵਰਕ ਫਿਲਾਸਫੀ ਵਾਜ਼ ਰਿਟਨ ਬਾਏ। ਸਾਡੇ ਕੋਲ ਚਾਰ ਆਪਸ਼ਨਾਂ ਨੇ। ਪਹਿਲੀ ਹੈਗੀ ਹੈ ਗਿਸੇਲਾ ਕੌਨਪਕਾ, ਮੈਰੀ ਈ ਰਿਚਮੌਂਡ, ਰਿਚਰਡ ਥੋਮਸ ਜਾਂ MG ਰੌਸ। ਅਤੇ ਦੇਖੋ ਤੁਹਾਨੂੰ ਜੇ ਇਸ ਬੁੱਕ ਬਾਰੇ ਪਤਾ ਹੈ ਕਿ ਨਹੀਂ ਹੈ, ਜੋ ਸੋਸ਼ਲ ਵਰਕ ਦੇ ਸਟੂਡੈਂਟ ਰਹੇ ਹੋਣੇ ਉਹਨਾਂ ਕੋਲ ਇਹ ਜਾਣਕਾਰੀ ਹੋ ਸਕਦੀ ਹੈ। ਫਿਲਹਾਲ ਆਪਾਂ ਇਹਦਾ ਆਨਸਰ ਦੱਸ ਸਕਦੇ ਹਾਂ। ਇਹਦਾ ਆਨਸਰ ਹੈਗਾ ਜੀ ਨੰਬਰ A ਆਪਸ਼ਨ ਹੈਗੀ ਹੈ ਸਾਡੇ ਕੋਲ, ਗਿਸੇਲਾ ਕੌਨੋਪਕਾ। ਇਹ ਇੱਕ ਜਰਮਨ ਦੇ ਜਿਨ੍ਹਾਂ ਦਾ ਜਨਮ ਹੋਇਆ ਸੀ ਜਰਮਨੀ ਦੇ ਵਿੱਚ। ਇਹ ਵੀ ਇੱਕ ਔਰਤ ਨੇ ਅਤੇ 1910 'ਚ ਇਹਨਾਂ ਦਾ ਜਰਮਨੀ ਦੇ ਵਿੱਚ ਜਨਮ ਹੋਇਆ ਸੀ ਅਤੇ 2003 ਦੇ ਵਿੱਚ ਇਹਨਾਂ ਦੀ USA ਦੇ ਵਿੱਚ ਡੈਥ ਹੋ ਗਈ ਸੀ। ਇਹ ਇੱਕ ਸੋਸ਼ਲ ਵਰਕਰ ਰਹੇ ਨੇ ਅਤੇ ਸੋਸ਼ਲ ਵਰਕਰ ਦੇ ਨਾਲ ਨਾਲ ਇਹ ਇੱਕ ਰਿਸਰਚਰ ਵੀ ਰਹੇ ਨੇ, ਇੱਕ ਟੀਚਰ ਵੀ ਰਹੇ ਨੇ ਅਤੇ ਇੱਕ ਐਡਵੋਕੇਟ ਵੀ ਰਹੇ ਨੇ। ਬਟ ਸ਼ੀ ਇਜ਼ ਨੋਨ ਇਨ ਦਾ ਵਰਲਡ ਐਜ਼ ਏ ਸੋਸ਼ਲ ਵਰਕਰ। ਬਟ ਜੇ ਉਹਨਾਂ ਦਾ ਪੂਰੇ ਵਰਲਡ ਦੇ ਵਿੱਚ ਕਿਸੇ ਚੀਜ਼ ਨਾਲ ਪ੍ਰਸਿੱਧ ਹੋਏ ਨੇ ਤਾਂ ਉਹ ਐਜ਼ ਏ ਸੋਸ਼ਲ ਵਰਕਰ ਹੀ ਪ੍ਰਸਿੱਧ ਹੋਏ ਨੇ, ਕਿਉਂਕਿ ਉਹਨਾਂ ਦੇ ਕਾਰਜ ਖੇਤਰ ਤਾਂ ਕਈ ਸੀ, ਬਟ ਸ਼ੀ ਇਜ਼ ਵੈਰੀ ਨੋਨ ਐਜ਼ ਏ ਸੋਸ਼ਲ ਵਰਕਰ। ਠੀਕ ਹੈ ਜੀ, ਆਪਾਂ ਆਪਣੇ ਦੂਸਰੇ ਕੁਐਸਚਨ ਵੱਲ ਵੱਧਦੇ ਹਾਂ। ਸਮਾਜਿਕ ਸੁਰੱਖਿਆ ਉਪਾਅ ਸਭ ਤੋਂ ਪਹਿਲਾਂ ਪ੍ਰਾਚੀਨ ਭਾਰਤ ਵਿੱਚ ਕਿਸ ਦੁਆਰਾ ਅਪਣਾਏ ਗਏ ਸਨ? The social security measures first of all was adopted in ancient India। Ancient India ਦੇ ਵਿੱਚ ਸਮਾਜਿਕ ਸੁਰੱਖਿਆ ਦੇ ਉਪਾਅ ਸਭ ਤੋਂ ਪਹਿਲਾਂ ਕਿਸ ਦੁਆਰਾ ਅਪਣਾਏ ਗਏ ਸਨ? ਸਾਡੇ ਕੋਲ ਚਾਰ ਆਪਸ਼ਨਾਂ ਨੇ ਜੀ। ਨੰਬਰ A ਕੌਟਿਲਿਆ, ਨੰਬਰ B ਸ਼ੁਕਰਾਚਾਰਿਆ, ਨੰਬਰ C ਕਿੰਗ ਅਸ਼ੋਕਾ ਜਾਂ ਨੰਬਰ D ਹਰਸ਼ਵਰਧਨ। ਤਾਂ ਇਹਦਾ ਜਿਹੜਾ ਸਹੀ ਜਵਾਬ ਹੈਗਾ ਜੀ ਇਹਦਾ ਹੈ ਕਿੰਗ ਅਸ਼ੋਕ। ਨੰਬਰ C ਆਪਸ਼ਨ ਕਿੰਗ ਅਸ਼ੋਕ ਇਹਦਾ ਸਹੀ ਜਵਾਬ ਹੈ। ਮੌਰਿਆ ਵੰਸ਼ ਦੇ ਸਾਨੂੰ ਪਤਾ ਹੈ, ਥੋੜ੍ਹੀ ਹਿਸਟਰੀ ਅਸੀਂ ਸਾਰਿਆਂ ਨੇ ਪੜ੍ਹੀ ਹੋਈ ਹੈ ਕਿ ਮੌਰਿਆ ਵੰਸ਼ ਦੇ ਵਿੱਚ ਇੱਕ ਜਿਹੜੇ ਸਭ ਤੋਂ ਤਾਕਤਵਰ ਯੋਧਾ ਹੋਏ ਨੇ, ਜਿਹੜੇ ਰਾਜਾ ਹੋਏ ਨੇ, ਉਹ ਅਸ਼ੋਕ ਸੀ। ਪਾਟਲੀਪੁੱਤਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਅਤੇ ਇਹਨਾਂ ਦਾ ਜਿਹੜਾ ਮੇਨ ਕੰਮ ਸੀ, ਜੇ ਆਪਾਂ ਕਿਹਾ ਜਾਵੇ ਸੋਸ਼ਲ ਸਿਕਿਉਰਿਟੀ ਮੈਜਰਸ ਦਾ, ਤਾਂ ਉਹਨਾਂ ਨੇ ਕੀ ਕਰਿਆ ਸੀ ਤਾਂ ਉਹਨਾਂ ਨੇ ਇੱਕ ਫ੍ਰੀ ਐਜ਼ ਮੈਡੀਸਨ ਅਤੇ ਮੈਡੀਕਲ ਟਰੀਟਮੈਂਟ, ਦਵਾਈਆਂ ਅਤੇ ਇਲਾਜ ਸ਼ੁਰੂ ਕੀਤਾ ਸੀ ਆਮ ਪਬਲਿਕ ਲਈ, ਆਮ ਲੋਕਾਂ ਲਈ, ਐਂਡ ਆਲਸੋ ਫॉर ਐਨੀਮਲਸ, ਅਤੇ ਜਾਨਵਰਾਂ ਲਈ ਵੀ ਇਹਨਾਂ ਵੱਲੋਂ ਮੈਡੀਕਲ ਟਰੀਟਮੈਂਟ ਸ਼ੁਰੂ ਕੀਤਾ ਗਿਆ ਸੀ। ਬਹੁਤ ਸਾਰੀਆਂ ਇਹਨਾਂ ਨੇ ਸੜਕਾਂ ਬਣਾਈਆਂ ਸੀ ਉਸ ਵੇਲੇ, ਰੋਡਸ ਨੂੰ ਕਨੈਕਟੀਵਿਟੀ ਕਰੀ ਸੀ ਅਤੇ ਇੱਕ ਸਰਾਂ ਕਹਿ ਲਓ ਜਾਂ ਧਰਮਸ਼ਾਲਾ ਉਹਨਾਂ ਦਾ ਵੀ ਨਿਰਮਾਣ ਕਰਿਆ ਸੀ ਇਹਨਾਂ ਨੇ। ਤਾਂ ਕਹਿ ਸਕਦੇ ਹਾਂ ਵੀ ਇਹਨਾਂ ਨੇ ਸੋਸ਼ਲ ਸਿਕਿਉਰਿਟੀ, ਸਮਾਜਿਕ ਸੁਰੱਖਿਆ ਦੇ ਉਪਾਅ ਵਿੱਚ ਕਾਫੀ ਕੁਛ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਠੀਕ ਹੈ ਜੀ, ਤਾਂ ਥਰਡ ਕੁਐਸਚਨ ਵੱਲ ਚੱਲਦੇ ਹਾਂ ਆਪਾਂ। ਸਮਾਜਿਕ ਕਾਰਜ ਅਧਿਕਾਰਤ ਤੌਰ 'ਤੇ ਕਿਸ ਸਦੀ ਵਿੱਚ ਅੰਦੋਲਨ ਦੇ ਰੂਪ ਵਿੱਚ ਉਤਪੰਨ ਹੋਇਆ ਸੀ, ਜੋ ਮੁੱਖ ਤੌਰ 'ਤੇ ਸੰਯੁਕਤ ਰਾਜ ਅਤੇ ਯੂਨਾਈਟਿਡ ਕਿੰਗਡਮ ਵਿੱਚ ਅਨੁਭਵ ਕੀਤਾ ਗਿਆ ਸੀ? ਸੋਸ਼ਲ ਵਰਕ officially originated in the dash century as a movement primarily experienced with the United States and United Kingdom। ਇਹ ਜੀ ਇਹਦਾ ਆਨਸਰ ਆਪਾਂ ਨੂੰ ਪਤਾ ਲੱਗੇ, ਪਹਿਲਾਂ ਆਪਸ਼ਨਾਂ ਦੇਖ ਲੈਂਦੇ ਹਾਂ ਕਿਹੜੀ ਸਦੀ ਦੀਆਂ, 16ਵੀਂ, 17ਵੀਂ, 18ਵੀਂ ਜਾਂ 19ਵੀਂ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ, ਆਨਸਰ D ਹੈ। ਇਹ ਹੈ 19ਵੀਂ ਸਦੀ ਦੇ ਵਿੱਚ ਸਮਾਜਿਕ ਕਾਰਜ ਅਧਿਕਾਰਤ ਤੌਰ 'ਤੇ 19ਵੀਂ ਸਦੀ ਵਿੱਚ ਅੰਦੋਲਨ ਦੇ ਰੂਪ ਵਿੱਚ ਉਤਪੰਨ ਹੋਈ ਸੀ, ਜੋ ਮੁੱਖ ਤੌਰ 'ਤੇ ਸੰਯੁਕਤ ਰਾਜ, ਯੂਨਾਈਟਿਡ ਸਟੇਟਸ ਐਂਡ ਯੂਨਾਈਟਿਡ ਕਿੰਗਡਮ ਵਿੱਚ ਅਨੁਭਵ ਕੀਤੇ ਗਏ ਸੀ। ਠੀਕ ਹੈ ਜੀ, ਨੰਬਰ 4 ਕੁਐਸਚਨ
ਸਮਾਜਿਕ ਕਾਰਜਾਂ ਦਾ ਸਭ ਤੋਂ ਮਹੱਤਵਪੂਰਨ ਸਿਧਾਂਤ। ਵੈਸੇ ਇਹ ਥੱਲੇ ਜ ਆਪਣੇ ਕੋਲ 4 ਆਪਸ਼ਨਾਂ ਨੇ, ਆਪਾਂ ਉਹਨਾਂ 'ਚ ਦੇਖਦੇ ਹਾਂ ਮੋਸਟ ਇੰਪੋਰਟੈਂਟ ਪ੍ਰਿੰਸੀਪਲ ਆਫ ਆਲ ਟਾਈਪਸ ਆਫ ਸੋਸ਼ਲ ਵਰਕ। ਸਿਧਾਂਤ ਕਈ ਨੇ ਸਮਾਜਿਕ ਕਾਰਜਾਂ ਦੇ, ਅਤੇ ਮੇਨ ਇਹਨਾਂ ਨੇ 7 ਸਿਧਾਂਤ ਆਪਣੇ ਸੋਸ਼ਲ ਵਰਕ ਦੇ ਵਿੱਚ ਕਹੇ ਨੇ, ਅਤੇ ਬਟ ਆਪਾਂ ਨੇ ਇਹਨਾਂ ਦੇ ਵਿੱਚੋਂ ਦੱਸਣਾ ਹੈ ਕਿ ਮਾਰਕੀਟਿੰਗ ਹੈ, ਰਿਲੇਸ਼ਨਸ਼ਿਪ ਹੈ, ਜਾਂ ਸੋਸ਼ਲਾਈਜ਼ਿੰਗ ਹੈ, ਜਾਂ ਐਟੀਟਿਊਡ ਹੈ। ਤਾਂ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਆਪਸ਼ਨ ਜਿਹੜੀ ਹੈਗੀ ਆ ਸਾਡੇ ਕੋਲ B ਆਏਗਾ, ਰਿਲੇਸ਼ਨਸ਼ਿਪ। ਰਿਲੇਸ਼ਨਸ਼ਿਪ ਇਜ਼ ਦਾ ਮੋਸਟ ਇੰਪੋਰਟੈਂਟ ਪ੍ਰਿੰਸੀਪਲ ਆਫ ਆਲ ਟਾਈਪਸ ਆਫ ਸੋਸ਼ਲ ਵਰਕ। ਠੀਕ ਹੈ ਜੀ। ਇਹ ਰਿਲੇਸ਼ਨਸ਼ਿਪ ਤੋਂ ਆਪਾਂ ਕੀ ਭਾਵ ਲੈ ਲੈਂਦੇ ਹਾਂ ਵੀ ਜਦ ਤੱਕ ਕੋਈ ਸਕਾਰਾਤਮਕ, ਜੇ ਆਪਾਂ ਕਹੀਏ ਵੀ ਰਿਲੇਸ਼ਨ ਜਾਂ ਸੰਬੰਧ ਨਹੀਂ ਬਣਦਾ, ਤਦ ਤੱਕ ਤੁਸੀਂ ਜਾਂ ਕੋਈ ਸੋਸ਼ਲ ਵਰਕਰ ਹੈ ਜਾਂ ਤੁਸੀਂ ਐਜ਼ ਏ ਸੋਸ਼ਲ ਵਰਕਰ ਕੰਮ ਕਰ ਰਹੇ ਹੋ, ਤਾਂ ਕਿਸੇ ਕਲਾਇੰਟ ਨਾਲ ਕੰਮ ਕਰ ਰਹੇ ਹੋ, ਜਦ ਤੱਕ ਤੁਸੀਂ ਉਹਦੇ ਨਾਲ ਕੋਈ ਸਕਾਰਾਤਮਕ ਜਾਂ ਰਿਲੇਸ਼ਨ ਨਹੀਂ ਬਣਾਓਗੇ, ਤਦ ਤੱਕ ਤੁਸੀਂ ਉਹ ਕਲਾਇੰਟ ਦੀ ਕੋਈ ਵੀ ਜਿਹੜੀ ਹੈਗੀ ਹੈ ਅੱਛੇ ਤਰੀਕੇ ਨਾਲ ਹੈਲਪ ਨਹੀਂ ਕਰ ਸਕਦੇ, ਕਿਉਂਕਿ ਰਿਸ਼ਤਿਆਂ ਦੇ ਕਾਰਨ ਹੀ ਸਮਾਜ ਹੁੰਦਾ ਹੈ, ਅਤੇ ਰਿਸ਼ਤਿਆਂ ਦਾ ਹੀ ਸਮਾਜ ਦੇ ਵਿੱਚ ਇੱਕ ਨੈਟਵਰਕ ਜਾਲ ਵਿਛਿਆ ਹੋਇਆ ਹੈ, ਅਤੇ ਹਰ ਮਨੁੱਖੀ ਕਿਰਿਆ ਵਿੱਚ ਰਿਸ਼ਤੇ ਦਾ ਹੀ ਇੱਕ ਤੱਤ ਹੁੰਦਾ ਹੈ। ਇਸ ਲਈ ਜਦੋਂ ਵੀ ਤੁਸੀਂ ਕਿਸੇ ਤਰੀਕੇ ਨਾਲ ਕਿਸੇ ਦੀ ਹੈਲਪ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਬੌਂਡਿੰਗ ਬਣਾਉਣੀ ਪੈਂਦੀ ਹੈ, ਐਜ਼ ਏ ਰਿਲੇਸ਼ਨ ਬਣਾਉਣਾ ਪੈਂਦਾ ਹੈ ਕਿ ਪੋਜ਼ੀਟਿਵ ਐਟੀਟਿਊਡ, ਪੋਜ਼ੀਟਿਵ ਰਿਲੇਸ਼ਨਸ਼ਿਪ ਹੋਵੇ, ਤਾਂ ਹੀ ਤੁਸੀਂ ਉਸ ਦੀ ਹੈਲਪ ਕਰ ਸਕਦੇ ਹੋ। ਤਾਂ ਸਮਝ ਆ ਗਿਆ ਹੋਵੇਗਾ ਮੇਰੇ ਸਮਝਾਉਣ ਦਾ ਤੁਹਾਨੂੰ, ਮੈਂ ਹੋਪ ਕਰਦਾ। ਤਾਂ ਨੰਬਰ 5 ਸਾਡੇ ਕੋਲ ਜਿਹੜਾ ਕੁਐਸਚਨ ਆ ਰਿਹਾ ਹੈ, ਸਮਾਜਿਕ ਕਾਰਜ ਅਭਿਆਸ ਵਿੱਚ ਨੈਤਿਕ ਸਮੱਸਿਆ ਦਾ ਹੱਲ ਕਰਨ ਲਈ ਕਿਹੜੇ ਕਦਮ ਜ਼ਰੂਰੀ ਹਨ? The following are part of the essential steps in ethical problem solving in social work practice except ਆਪਾਂ ਕਹਿੰਦੇ ਹਾਂ, ਹਾਂਜੀ ਹਾਂ, ਸਮਾਜਿਕ ਕਾਰਜ ਅਭਿਆਸ ਵਿੱਚ ਨੈਤਿਕ ਸਮੱਸਿਆ ਦਾ ਹੱਲ ਕਰਨ ਲਈ ਕਿਹੜੇ ਕਦਮ ਜ਼ਰੂਰੀ ਹਨ ਸਿਵਾਏ। ਤਾਂ ਆਪਸ਼ਨਾਂ ਦੇਖ ਲੈਂਦੇ ਹਾਂ, ਆਪਣੇ ਕੋਲ 4 ਆਪਸ਼ਨਾਂ ਨੇ। Identify ethical standards as defined by the advanced practical social worker. Determine whether there is an ethical issue or dilemma. Weigh ethical issue in light of key social work values and principles as defined by the codes of ethics. ਜਾਂ ਨੰਬਰ D ਆਪਸ਼ਨ ਸਾਡੇ ਕੋਲ ਹੈਗੀ ਆ, ਮੋਨੀਟਰ ਫॉर ਨਿਊ ਐਥੀਕਲ ਇਸ਼ੂ ਔਰ ਡਾਇਲਮਾਸ। ਤਾਂ ਥੋੜ੍ਹਾ ਜਿਹਾ ਪਹਿਲਾਂ ਐਥੀਕਲ, ਨੈਤਿਕ ਜਾਂ ਡਾਇਲਮਾ ਬਾਰੇ ਥੋੜ੍ਹਾ ਜਿਹਾ ਪੜ੍ਹ ਲਈਏ। ਤਾਂ ਆਪਸ਼ਨ ਪਹਿਲਾਂ A ਦਾ ਜਿਹੜਾ ਹੈਗਾ ਸਹੀ ਜਵਾਬ ਹੈ, ਆਈਡੈਂਟੀਫਾਈ ਐਥੀਕਲ ਸਟੈਂਡਰਡ ਐਜ਼ ਡਿਫਾਈਨਡ ਬਾय ਦ ਐਡਵਾਂਸਡ ਪ੍ਰੈਕਟੀਕਲ ਸੋਸ਼ਲ ਵਰਕਰ। ਇਹ ਬਾਕੀ ਜਿਹੜੀਆਂ 3 ਆਪਸ਼ਨਾਂ ਨੇ ਉਹ ਸਾਡੇ ਕੋਲ ਜ਼ਰੂਰੀ ਨੇ। ਸਮਾਜਿਕ ਜਿਹੜੀ ਹੈਗੀਆਂ ਨੇ ਸਟੈਪਸ ਨੇ ਜਿਹੜੇ ਐਥੀਕਲ ਪ੍ਰੋਬਲਮ ਵਾਸਤੇ ਜਿਹੜੇ ਹੈਗੇ ਨੇ B C D ਸਾਡੇ ਕੋਲ ਸਹੀ ਰਹਿਣਗੇ, ਅਤੇ ਇਹ ਨਹੀਂ ਰਹੇਗਾ ਕਿ ਆਈਡੈਂਟੀਫਾਈ ਐਥੀਕਲ ਸਟੈਂਡਰਡਸ ਐਜ਼ ਡਿਫਾਈਨਡ ਬਾय ਦ ਐਡਵਾਂਸਡ ਪ੍ਰੈਕਟੀਕਲ ਸੋਸ਼ਲ ਵਰਕਰ। ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਸੀ ਕਿ ਥੋੜ੍ਹੀ ਜਿਹੀ ਐਥੀਕਲ ਡਾਇਲਮਾ ਬਾਰੇ ਥੋੜ੍ਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਥੀਕਲ ਡਾਇਲਮਾ ਕੀ ਹੁੰਦਾ ਹੈ। ਆਮ ਤੌਰ 'ਤੇ ਇਹ ਇੱਕ ਅਸੀਂ ਉਹ ਕਹਿ ਦਿੰਦੇ ਹਾਂ ਨੈਤਿਕ ਦੁਬਿਧਾ ਹੈ। ਐਥੀਕਲ ਇੱਕ ਨੈਤਿਕ ਦੁਬਿਧਾ ਹੈ, ਉਹ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਇੱਕ ਸਮਾਜ ਸੇਵਕ ਜਾਂ ਸੋਸ਼ਲ ਵਰਕਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨੂੰ ਕਾਰਵਾਈ ਦੇ 2 ਬਰਾਬਰ ਵਿਕਲਪ ਨੇ ਉਹਨਾਂ ਕੋਲ, ਉਹਨੂੰ ਕਿਸੇ ਇੱਕ ਦੀ ਚੋਣ ਕਰਨੀ ਹੁੰਦੀ ਹੈ। ਕਿਉਂਕਿ ਜੇ ਉਹ ਕਿਸੇ ਇੱਕ ਦੀ ਚੋਣ ਕਰਦਾ ਹੈ ਤਾਂ ਜਿਹੜਾ ਨਿਸ਼ਚਿਤ ਰੂਪ ਨਾਲ ਸਾਨੂੰ ਇਹ ਪਤਾ ਹੋਊਗਾ ਜਿਹੜਾ ਸੈਕਿੰਡ ਪਾਰਟੀ ਹੈ ਜਾਂ ਸੈਕਿੰਡ ਜਿਹੜੇ ਦੂਸਰੀ ਸਾਈਡ 'ਤੇ ਹੈ ਉਹਨਾਂ ਨੂੰ ਨੁਕਸਾਨ ਹੋਏਗਾ ਹੀ ਹੋਏਗਾ, ਕਿਉਂਕਿ ਉਸਨੇ ਇੱਕ ਹੀ ਚੀਜ਼ ਦੇ ਵਿੱਚੋਂ ਇੱਕ ਹੀ ਦੀ ਚੋਣ ਕਰਨੀ ਹੈ। ਤਾਂ ਐਥੀਕਲ ਡਾਇਲਮਾ ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿ ਕੀ ਹੈ, ਅਤੇ ਇਹਦੇ ਵਿੱਚ ਡਿਟਰਮਾਈਨ ਵੈਦਰ ਦੇਅਰ ਇਜ਼ ਐਨ ਐਥੀਕਲ ਇਸ਼ੂ ਔਰ ਡਾਇਲਮਾ, ਇੱਥੇ ਹੀ ਸਾਨੂੰ ਪਤਾ ਲੱਗਦਾ। ਨੰਬਰ B ਆਪਸ਼ਨ ਆਪਾਂ ਪੜ੍ਹ ਰਹੇ ਹਾਂ ਵੀ ਡਿਟਰਮਾਈਨ ਵੈਦਰ ਦੇਅਰ ਇਜ਼ ਐਨ ਐਥੀਕਲ ਇਸ਼ੂ ਔਰ ਡਾਇਲਮਾ, ਵੇ ਐਥੀਕਲ ਇਸ਼ੂ ਇਨ ਲਾਈਟ ਆਫ ਕੀ ਸੋਸ਼ਲ ਵਰਕ ਵੈਲਿਊਜ਼ ਐਂਡ ਪ੍ਰਿੰਸੀਪਲ ਐਜ਼ ਡਿਫਾਈਨਡ ਬਾय ਦ ਕੋਡਸ ਆਫ ਐਥਿਕਸ, ਜਾਂ ਮੋਨੀਟਰ ਫॉर ਨਿਊ ਐਥੀਕਲ ਇਸ਼ੂ ਔਰ ਡਾਇਲਮਾ। ਤਾਂ ਜਿਹੜਾ ਇਹਦਾ ਆਨਸਰ ਜਿਹੜਾ ਹੈਗਾ ਸੀ ਨੰਬਰ A ਆਪਸ਼ਨ ਸੀ, ਆਈਡੈਂਟੀਫਾਈ ਐਥੀਕਲ ਸਟੈਂਡਰਡਸ ਐਜ਼ ਡਿਫਾਈਨਡ ਬਾय ਦ ਐਡਵਾਂਸਡ ਪ੍ਰੈਕਟਿਸ ਸੋਸ਼ਲ ਵਰਕਰ। ਨੰਬਰ 6 ਕੁਐਸਚਨ ਜਿਹੜਾ ਹੈਗਾ ਜੀ ਸਾਡੇ ਕੋਲ ਇਹ ਹੈ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਐਨ ਐਸੈਂਸ਼ੀਅਲ ਪਾਰਟ ਆਫ ਓਬਟੇਨਿੰਗ ਇਜ਼ ਕਲਾਇੰਟ ਇਨਫੋਰਮੇਸ਼ਨ ਕੰਸੈਂਟ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਲਾਇੰਟ ਦੀ ਸੂਚਨਾ ਦੀ ਸਹਿਮਤੀ ਪ੍ਰਾਪਤ ਕਰਨ ਦਾ ਜ਼ਰੂਰੀ ਹਿੱਸਾ ਨਹੀਂ ਹੈ? ਆਪਸ਼ਨਾਂ ਦੇਖ ਲਓ, ਐਕਸਪਲੇਨਿੰਗ what services will be provided including risks and benefit to the client, requiring that all consent from are stored in the client's file. Number C, informing the client of payment expected and consequence for non-payment of fees, या ensuring the clients understand services alternative.
ਇਹਨਾਂ ਦੇ ਵਿੱਚੋਂ 3 ਜ਼ਰੂਰੀ ਹਿੱਸੇ ਹਨ ਤੇ ਇੱਕ ਨਹੀਂ ਹੈ। ਜਿਹੜਾ ਨਹੀਂ ਹੈ ਉਹ ਆਪਸ਼ਨ ਹੈਗੀ ਆ ਸਾਡੇ ਕੋਲ, ਆਨਸਰ ਹੈਗੀ ਆ ਬੀ, ਰਿਕੁਆਇਰਿੰਗ ਦੈਟ ਆਲ ਕੰਸੈਂਟ ਫਰੋਮ ਆਲ ਸਟੋਰਡ ਇਨ ਦਾ ਕਲਾਇੰਟ ਫਾਈਲ। ਦੇਖੋ ਜੀ, ਜਿਵੇਂ ਆਪਾਂ ਪਹਿਲੀ ਤੀਜੀ ਤੇ ਚੌਥੀ ਆਨਸਰ ਇਹਦੀ ਜਿਹੜੀ ਜ਼ਰੂਰੀ ਹਿੱਸਾ ਹੈ, ਜਿਵੇਂ ਪਹਿਲਾ ਹੈ ਨੰਬਰ ਏ, ਐਕਸਪਲੇਨਿੰਗ ਵਾਟ ਸਰਵਿਸਿਜ਼ ਵਿਲ ਬੀ ਪ੍ਰੋਵਾਈਡਡ ਇਨਕਲੂਡਿੰਗ ਰਿਸਕ ਐਂਡ ਬੈਨੀਫਿਟ ਟੂ ਦਾ ਕਲਾਇੰਟ। ਕਿਹੜੀ ਸਰਵਿਸ ਤੁਸੀਂ ਕਲਾਇੰਟ ਨੂੰ ਪ੍ਰੋਵਾਈਡ ਕਰ ਰਹੇ ਹੋ ਅਤੇ ਉਹਦੇ ਕੀ ਲਾਭ ਨੇ ਅਤੇ ਕੀ ਹਾਨੀਆਂ ਨੇ, ਇਹਦੇ ਬਾਰੇ ਤੁਹਾਡੇ ਕਲਾਇੰਟ ਨੂੰ ਪਤਾ ਹੋਣਾ ਚਾਹੀਦਾ ਹੈ। ਜਾਂ ਨੰਬਰ ਸੀ, ਇਨਫੋਰਮਿੰਗ ਦਾ ਕਲਾਇੰਟ ਆਫ ਪੇਮੈਂਟ ਐਕਸਪੈਕਟਡ ਐਂਡ ਕੰਸੀਕੁਐਂਸ ਫॉर ਨੋਨ ਪੇਮੈਂਟ ਆਫ ਫੀਸ। ਉਹਨੂੰ ਫੀਸ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਕੀ ਇਹਦੀ ਫੀਸ ਹੈ ਅਤੇ ਇਹਦੇ ਕੀ ਨਤੀਜੇ ਨੇ ਹੋਣਗੇ ਨੋਨ ਪੇਮੈਂਟ ਕਰਨ ਦੇ, ਜਾਂ ਫੀਸ ਨਹੀਂ ਦਿੱਤੀ ਜਾਊਗੀ ਜੇ ਉਹਦੇ ਵੱਲੋਂ। ਐਨਸ਼ੋਰਿੰਗ ਦਾ ਕਲਾਇੰਟ ਅੰਡਰਸਟੈਂਡ ਸਰਵਿਸਿਜ਼ ਅਲਟਰਨੇਟਿਵ। ਕਲਾਇੰਟ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਸਰਵਿਸ ਜਿਹੜੀ ਅਵੇਲ ਕਰ ਰਿਹਾ ਹੈ। ਅਤੇ ਜਿਹੜਾ ਆਪਸ਼ਨ ਬੀ ਹੈ ਸਾਡੇ ਕੋਲ, ਰਿਕੁਆਇਰਿੰਗ ਦੈਟ ਆਲ ਕੰਸੈਂਟ ਫਰੋਮ ਆਰ ਸਟੋਰਡ ਇਨ ਦਾ ਕਲਾਇੰਟ ਫਾਈਲ। ਜਿਵੇਂ ਆਪਾਂ ਕਹਿ ਦਈਏ ਕੰਸੈਂਟ ਇੱਕ ਕਲਾਇੰਟ ਹੈ ਸਾਡੇ ਕੋਲ, ਉਹਦੀ ਫਾਈਲ ਹੈ, ਤਾਂ ਜੋ ਵੀ ਉਸ ਕਲਾਇੰਟ ਨੇ ਕੰਸੈਂਟ ਦਿੱਤੀ ਹੈ ਤਾਂ ਉਹ ਸਾਨੂੰ ਕਿਸੇ ਇੱਕ ਫਾਈਲ ਦੇ ਵਿੱਚ ਪਾ ਕੇ ਸਾਰੇ ਉਹਦਾ ਰਿਕਾਰਡ ਰੱਖਣਾ ਚਾਹੀਦਾ। ਇਹ ਕੋਈ ਜ਼ਰੂਰੀ ਨਹੀਂ ਹੈ, ਇਸ ਕਰਕੇ ਜਿਹੜੀ ਆਪਸ਼ਨ ਬੀ ਜਿਹੜਾ ਹੈਗਾ ਇਹਦਾ ਜ਼ਰੂਰੀ ਹਿੱਸਾ ਨਹੀਂ ਹੈ। ਨੰਬਰ 7 ਕੁਐਸਚਨ ਜਿਹੜਾ ਹੈਗਾ ਜੀ, which organization was set up in 1956 to coordinate and promote health education। ਕਿਸ ਸੰਸਥਾ ਦੀ ਸਥਾਪਨਾ 1956 ਵਿੱਚ ਸਿਹਤ ਸਿੱਖਿਆ ਦੇ ਤਾਲਮੇਲ ਅਤੇ ਪ੍ਰਸਾਰ ਲਈ ਕੀਤੀ ਗਈ ਸੀ। ਇਹਦੇ ਵਿੱਚ 4 ਆਪਸ਼ਨ ਨੇ, ਸੈਂਟਰਲ ਹੈਲਥ ਐਜੂਕੇਸ਼ਨ ਬਿਊਰੋ, ਨੈਸ਼ਨਲ ਨਿਊਟ੍ਰੀਸ਼ਨ ਮੋਨੀਟਰਿੰਗ ਬਿਊਰੋ, ਪ੍ਰਾਇਮਰੀ ਹੈਲਥ ਸੈਂਟਰਸ, ਜਾਂ ਨੰਬਰ ਡੀ ਹੈਗਾ ਸਾਡੇ ਕੋਲ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ। ਤਾਂ ਜਿਹੜਾ ਇਹਦਾ ਸਹੀ ਜਵਾਬ ਹੈ ਆਨਸਰ ਏ ਹੈ, ਦਾ ਸੈਂਟਰਲ ਹੈਲਥ ਐਜੂਕੇਸ਼ਨ ਬਿਊਰੋ 1956 ਦੇ ਵਿੱਚ ਹੋਈ ਸੀ ਦਿੱਲੀ ਦੇ ਵਿੱਚ ਇਹਦੀ ਸਥਾਪਨਾ। ਤਾਂ ਇਹ ਸਾਡਾ ਸਹੀ ਜਵਾਬ ਹੈ। ਅਗਲਾ ਕੁਐਸਚਨ ਵੱਲ ਵਧਦੇ ਹਾਂ। ਨੰਬਰ 8 ਕੁਐਸਚਨ, ਵਿਅਕਤੀ ਨੂੰ ਆਪਣੇ ਆਪ ਦੀ ਮਦਦ ਕਰਨੀ ਚਾਹੀਦੀ ਹੈ। ਇੰਡੀਵਿਜੂਅਲ ਇਜ਼ ਟੂ ਬੀ ਹੈਲਪ ਟੂ ਹੈਲਪ ਹਿਮਸੈਲਫ। ਜਿਹੜੀ ਕਿ ਸਥਿਤੀਆਂ ਨੂੰ ਬਿਹਤਰ ਬਣਾ ਦੇਵੇ। ਹਿਸ ਡੈਸ਼ ਇਜ਼ ਨੈਸੈਸਰੀ ਟੂ ਮੇਕ ਸਿਚੁਏਸ਼ਨ ਬੈਟਰ। ਇਹ ਕੀ ਚੀਜ਼ ਹੈ? ਉਹਦੀ ਵੈਲਥ ਹੈ, ਉਹਦੀ ਪਰਸਨੈਲਿਟੀ ਹੈ, ਪਾਰਟੀਸਪੇਸ਼ਨ ਹੈ, ਜਾਂ ਕੌਨਫੀਡੈਂਸ ਹੈ। ਆਨਸਰ ਤੁਹਾਡੇ ਸਾਹਮਣੇ ਹੀ ਹੈ, ਤੁਹਾਨੂੰ ਦਿਖ ਹੀ ਰਿਹਾ ਹੋਵੇਗਾ ਕਿ ਉਹਦੀ ਜਿਹੜੀ ਪਾਰਟੀਸਪੇਸ਼ਨ। ਜਦ ਤੱਕ ਤੁਸੀਂ ਆਪਣੇ ਆਪ ਦੀ ਹੀ ਭਾਗੀਦਾਰੀ ਨਹੀਂ ਕਰਦੇ, ਤੁਸੀਂ ਆਪਣੇ ਆਪ ਦੀ ਹੈਲਪ ਨਹੀਂ ਕਰ ਸਕਦੇ। ਤੁਹਾਨੂੰ ਆਪਣੇ ਆਪ ਨੂੰ ਇਨਵੋਲਵਮੈਂਟ ਕਰਨਾ ਹੀ ਪਊਗਾ, ਠੀਕ ਹੈ। ਤਾਂ ਹੀ ਤੁਸੀਂ ਜਿਹੜੀਆਂ ਹੈਗੀਆਂ ਨੇ ਵਿਸ਼ਮ ਪ੍ਰਸਥਿਤੀਆਂ ਜਾਂ ਕਹਾਂਗੇ ਇਹੋ ਜਿਹੀਆਂ ਸਥਿਤੀਆਂ ਤੋਂ ਉਹਨਾਂ ਤੋਂ ਬਿਹਤਰ ਹੋ ਕੇ ਤੁਸੀਂ ਬਾਹਰ ਨਿਕਲ ਸਕਦੇ ਹੋ, ਠੀਕ ਹੈ ਜੀ। ਇਹ ਸਾਡੇ ਜਿਹੜਾ ਹੈਗਾ ਕੁਐਸਚਨ 8 ਦਾ ਸਹੀ ਜਵਾਬ ਪਾਰਟੀਸਪੇਸ਼ਨ ਹੈ, ਜਿਹੜੀ ਭਾਗੀਦਾਰੀ ਤੁਹਾਨੂੰ ਆਪਣੇ ਆਪ ਨੂੰ ਬਣਾਉਣੀ ਪਏਗੀ, ਆਪਣੇ ਆਪ ਦੀ ਮਦਦ ਜੇ ਕਰਨੀ ਹੈ, ਠੀਕ ਹੈ ਜੀ। ਤਾਂ ਨੈਕਸਟ ਕੁਐਸਚਨ ਸਾਡੇ ਕੋਲ ਨੰਬਰ 9 ਕੁਐਸਚਨ ਆ ਰਿਹਾ ਜੀ, ਹੂ ਵਾਜ਼ ਦਾ ਫਸਟ ਪ੍ਰੋਫੈਸਰ ਆਫ ਸੋਸ਼ਲ ਐਡਮਿਨਿਸਟ੍ਰੇਸ਼ਨ ਅਪੁਆਇੰਟਡ ਐਟ ਦਾ ਲੰਡਨ ਸਕੂਲ ਆਫ ਇਕੋਨੋਮਿਕਸ। ਲੰਡਨ ਸਕੂਲ ਆਫ ਇਕੋਨੋਮਿਕਸ ਵਿਖੇ ਨਿਯੁਕਤ ਕੀਤੇ ਗਏ ਸਮਾਜਿਕ ਪ੍ਰਸ਼ਾਸਨ ਦੇ ਪਹਿਲੇ ਪ੍ਰੋਫੈਸਰ ਕੌਣ ਸਨ? ਨੰਬਰ ਏ, ਰਿਚਰਡ ਟਿਟਮਸ, ਐਲਕੌਕ, ਮਿਲਰ ਜਾਂ ਜਾਰਜ। ਇਹਦਾ ਜੀ ਸਹੀ ਆਨਸਰ ਹੈ ਸਾਡੇ ਕੋਲ ਨੰਬਰ ਏ ਆਪਸ਼ਨ ਹੀ ਆਏਗੀ, ਅਤੇ ਉਹ ਜਿਹੜੀ ਆਪਸ਼ਨ ਹੈ ਉਹਦਾ ਨਾਮ ਹੈ ਰਿਚਰਡ ਟਿਟਮਸ। ਐਕਚੁਅਲੀ ਪੂਰਾ ਨਾਮ ਜਿਹੜਾ ਹੈਗਾ ਸੀ ਰਿਚਰਡ ਮੌਰਿਸ ਟਿਟਮਸ ਸੀ। ਇਹ ਵੀ ਸੋਸ਼ਲ ਰਿਸਰਚਰ ਰਹੇ ਨੇ ਅਤੇ ਟੀਚਰ ਰਹੇ ਨੇ। ਇਹ ਬ੍ਰਿਟਿਸ਼ਰ ਸੀ, ਇਹਨਾਂ ਦਾ ਬ੍ਰਿਟਿਸ਼ ਦੇ ਵਿੱਚ UK ਦੇ ਵਿੱਚ ਜਨਮ ਹੋਇਆ ਸੀ 1907 ਦੇ ਵਿੱਚ, ਅਤੇ 1973 ਤੱਕ ਇਹ ਜਿੰਦਾ ਰਹੇ ਨੇ। ਅਤੇ ਇਹਨਾਂ ਬਾਰੇ ਇੱਕ ਹੋਰ ਖਾਸ ਗੱਲ ਇਹ ਹੈ ਕਿ ਹੀ ਫਾਊਂਡਡ ਦਾ ਅਕੈਡਮਿਕ ਡਿਸਿਪਲਿਨ ਆਫ ਸੋਸ਼ਲ ਐਡਮਿਨਿਸਟ੍ਰੇਸ਼ਨ। ਸੋਸ਼ਲ ਐਡਮਿਨਿਸਟ੍ਰੇਸ਼ਨ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਇੱਕ ਅਕੈਡਮਿਕ ਜਿਹੜਾ ਹੈਗਾ ਸੀ ਡਿਸਿਪਲਿਨ। ਇਹਨਾਂ ਦੇ ਖੋਜੀ ਰਹੇ ਨੇ ਰਿਚਰਡ ਮੌਰਿਸ ਟਿਟਮਸ, ਠੀਕ ਹੈ ਜੀ। ਅਗਲਾ ਨੰਬਰ 10 ਕੁਐਸਚਨ ਸਾਡੇ ਕੋਲ ਆ ਗਿਆ ਜੀ, ਕਰੈਕਟਰਿਸਟਿਕਸ ਦੱਸਣੀਆਂ ਨੇ ਅਸੀਂ ਸੋਸ਼ਲ ਵਰਕ ਦੀਆਂ। ਵਾਟ ਆਰ ਦਾ ਕਰੈਕਟਰਿਸਟਿਕਸ ਆਫ ਸੋਸ਼ਲ ਵਰਕ? ਸੋਸ਼ਲ ਵਰਕ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਨੇ? ਅਤੇ ਸੋਸ਼ਲ ਵਰਕ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ। ਨੰਬਰ 1 ਇਹਦੇ ਵਿੱਚ ਦੇਖ ਲੈਂਦੇ ਆਪਾਂ ਕਿਹੜੀਆਂ ਨੇ। ਨੰਬਰ ਏ, ਸੋਸ਼ਲ ਵਰਕ ਇਜ਼ ਏ ਕਮਿਟਮੈਂਟ ਆਫ ਸੋਸ਼ਲ ਬੈਟਰਮੈਂਟ, ਏ ਗੋਲ ਆਫ ਐਨਹੈਂਸ ਸੋਸ਼ਲ ਫੰਕਸ਼ਨ ਐਂਡ ਐਪਲੀਕੇਸ਼ਨ ਟੂ ਹਿਊਮਨ ਡਾਈਵਰਸਿਟੀ, ਜਾਂ ਆਲ ਆਫ ਦਾ ਅਬਵ। ਅਤੇ ਮੇਰੇ ਹਿਸਾਬ ਦੇ ਵਿੱਚ ਯਾਨੀ ਕਿ ਜੋ ਮੈਂ ਪੜ੍ਹਿਆ ਹੈ ਹੁਣ ਤੱਕ, ਉਹਦੇ ਵਿੱਚ ਨੰਬਰ ਡੀ ਆਪਸ਼ਨ ਜਿਹੜੀ ਹੈਗੀ ਹੈ ਸਹੀ ਹੈ। ਇਹਦੇ ਵਿੱਚ ਸਾਰੀਆਂ ਆਪਸ਼ਨਾਂ ਠੀਕ ਨੇ ਕਿ ਸੋਸ਼ਲ ਵਰਕ ਇਜ਼ ਏ ਕਮਿਟਮੈਂਟ ਆਫ ਸੋਸ਼ਲ ਬੈਟਰਮੈਂਟ, ਆਪਣੇ ਆਪ ਨੂੰ ਸਮਾਜ ਦੀ ਬੈਟਰ ਕਰਨ ਵਾਸਤੇ, ਜਾਂ ਸੋਸ਼ਲ ਜਿਹੜੀ ਹੈ ਹਿਊਮਨ ਡਾਈਵਰਸਿਟੀ ਹੈ, ਜਾਂ ਮਨੁੱਖੀ ਵਿਭਿੰਨਤਾਵਾਂ ਕਹਿ ਦਿੰਦੇ ਆ ਇਹਦੇ ਵਿੱਚ ਜਿਹੜੀ ਐਪਲੀਕੇਸ਼ਨ ਹੈ ਹਿਊਮਨ ਡਾਈਵਰਸਿਟੀ ਹੈ,
ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਨੰਬਰ ਏ, ਨੰਬਰ ਬੀ, ਨੰਬਰ ਸੀ ਬਿਲਕੁਲ ਸਹੀ ਜਿਹੜੀਆਂ ਕਰੈਕਟਰਿਸਟਿਕਸ ਨੇ ਸੋਸ਼ਲ ਵਰਕ ਦੀਆਂ। ਨੰਬਰ 11 ਕੁਐਸਚਨ ਹੈ ਜੀ, ਸਟ੍ਰੈਟਜਿਕ ਫॉर ਅਚੀਵਿੰਗ ਸੋਸ਼ਲ ਡਿਵੈਲਪਮੈਂਟ ਆਬਜੈਕਟਿਵਸ ਇਨਕਲੂਡ, ਸਮਾਜਿਕ ਵਿਕਾਸ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਿਹੜੀ ਰਣਨੀਤੀ ਹੈ? ਗਰੋਥ ਵਿਦ ਇਕੁਇਟੀ, ਮਿਨੀਮਮ ਨੀਡਸ ਪ੍ਰੋਗਰਾਮ, ਨਾਈਦਰ 1 ਐਂਡ 2, ਜਾਂ ਅਸੀਂ ਕਹਿ ਸਕਦੇ ਹਾਂ ਬੋਥ 1 ਐਂਡ 2। ਠੀਕ ਹੈ ਜੀ, ए ऑप्शन ग्रोथ विद इक्विटी, बी ऑप्शन मिनीमम नीड्स प्रोग्राम, सी ऑप्शन कोई भी नहीं है इन्हों के या डी इन्होंने जोड़े दोहे उपर वाले सही ने। तो इन्हों का सही जवाब जोड़ा है समाजिक विकास के उद्देशों को प्राप्त करने जी रणनीति है वो दोहे आ जाते हैं। साड़ी ऑप्शन डी ग्रोथ विद इक्विटी, बराबरी के नाल विकास होंदा रहे, तो मिनीमम नीड्स प्रोग्राम, तो जोड़े लोड़वंद ज़्यादा प्रोग्राम ने उन्होंने घट्टो घट्ट सानू लोड़ पवे तो साड़ी जी हैगी है स्ट्रैटजी अचीव हो जूगी सोशल डिवैलपमेंट नाल, समाज के विकास वाल। ठीक है जी, ये साढ़े 11 क्वेश्चन रहे हैं। एक मैं थोड़ा एक इंपोर्टेंट पॉइंट होर दसना चाहना इस वीडियो के लास्ट दे विच कि सोशल वर्क लाइक एनी अदर डिसिपलिन हैज़ 3 टाइप्स ऑफ नॉलेज। जिहड़ा सोशल वर्क साडा डिसिपलिन है ये 3 तरीके की होर तरीके की नॉलेज है, किसी होर जिहड़ा हैगा दूजे विषयों वांगू ही। टैसटिड नॉलेज, हाइपोथैटिकल नॉलेज दैट रिक्वायर ट्रांसफॉर्मेशन टू टेस्टेड नॉलेज, या एजम्पटिव नॉलेज विच इज़ प्रैक्टिकल विजडम। ठीक है जी, होप है तुहानू साडी ये वीडियो पसंद आई होगी। तो जोड़े क्वेश्चन तुहानू कराए ने थोड़ी जिन्नी एक्सप्लेनेशन मैं कर सकिया उन्हें कर रहा। तो अगे भी साडी वीडियोज़ इस तरीके दे नाल आंदियां रहनगियां। लगातार असी अपनी वीडियोज़ नू होर बेहतर बनाई जावांगे। तो तुहाडे कोई सुझाव होण तां तुसीं सानू कमेंट करके साडे इस चैनल ते सानू दस सकदे हो। बाकी वीडियो चंगी लगी होवे तां जरूर लाइक करियो, शेयर कर दिओ। धन्नवाद।